साल पहला ये बाग लगाया सीगा। उदों 38 साल पहला तो मैनूं लगदा बहुत घੱਟ बाग इदां लगदे सीगे, लोकां दा ज़्यादा ध्यान कणक झोने वाली ज़्यादा हुंदा सीगा। उदों बहुत घੱਟ सीगे बाग, उदों कित्थों इंस्पायर होए सी तुसीं? बाग रिसर्च स्टेशन गंगियां आ जी यूनीवर्सिटी का, उत्थे अलूचे ते आड़ू का एक बाग सी जिहड़ा असीं बाग देखण गए, सौदा कर लिया। उत्थों इंस्पायर हो के उत्थों असीं कुछ कमा के नहीं आए, पर उत्थों सिੱਖ के ना कुछ आए। ये 38 साल इन्हां बूटिਆਂ ਨੂੰ ਲੱਗਿਆਂ ਨੂੰ ਹੋ ਗਏ ਨੇ। ਫਲ ਕਿੰਨੇ ਸਾਲਾਂ ਬਾਅਦ ਲੱਗਣਾ ਸ਼ੁਰੂ ਹੋਇਆ ਇਹਨੂੰ? फल तो 5 साल थोड़ा थोड़ा लगना शुरू हो जाता, जिवें घर लिए 1-2 बूटे होण खाण जोगा, पर ਇਹ ਤੋਂ ਇਨਕਮ ਜਿਹੜੀ ਆ ਉਹ ਕਰੀਬ 10 ਸਾਲ ਤੋਂ ਬਾਅਦ ਆਉਣੀ ਸ਼ੁਰੂ ਹੁੰਦੀ ਆ। ਆੜੂ ਤੇ ਅਲੂਚਾ ਦੋ ਫਸਲਾਂ ਇਦਾਂ ਦੀਆਂ ਜਿਹੜੀਆਂ ਅਲੀਚੀ ਦੇ ਨਾਲ ਆਪਾਂ ਐਜ਼ ਏ ਫਿਲਰ ਲਾ ਸਕਦੇ ਆ। ਇਹ ਕਿਸਮ ਕਿਹੜੀ ਹੈਗੀ ਹੈ, ਕਿਉਂਕਿ ਬਾਜ਼ਾਰਾਂ ਦੇ ਵਿੱਚ ਤਾਂ ਲੀਚੀ ਆ ਚੁੱਕੀ ਹੈ ਹੁਣ? ਸਾਡੇ ਕੋਲ ਦੋ ਤਰ੍ਹਾਂ ਦੀ ਵੈਰਾਈਟੀ ਹੈ, ਇੱਕ ਦੇਹਰਾਦੂਨ, ਦੂਜੀ ਕਲਕੱਤੀਆ ਲੇਟ। ਪ੍ਰਤੀ ਕਿੱਲੇ ਦੇ ਵਿੱਚੋਂ ਸਾਲ ਦੀ ਕਿੰਨੀ ਕੁ ਆਮਦਨ ਹੋ ਜਾਂਦੀ ਜੇਕਰ ਕਿਸੇ ਨੇ ਲੀਚੀ ਦਾ ਬਾਗ ਲਾਉਣਾ ਤਾਂ? ਜਿਹੜੀ ਔਸਤਨ ਆਮਦਨ ਆ ਜੀ ਉਹ 1 ਤੋਂ ਸਵਾ ਲੱਖ ਰੁਪਇਆ ਹਰ ਸਾਲ ਦੀ, ਪਰ ਜਿੱਦਾਂ ਇਸ ਵਾਰੀ ਬੰਪਰ ਕ੍ਰੌਪ ਆ, ਅਸੀਂ 1.5 ਲੱਖ 'ਚ ਪਰ ਏਕੜ ਵੇਚੀ ਆ ਜੀ। ਕਿੰਨਾ ਕੁ ਖਰਚਾ ਆ ਜਾਂਦਾ ਜੇ ਕਿੱਲੇ ਦੇ ਵਿੱਚ ਲੀਚੀ ਦਾ ਬਾਗ ਲਗਾਉਣਾ ਹੋਏ ਜਦੋਂ? ਅੱਜ ਦੀ ਡੇਟ 'ਚ 25,000 ਤੋਂ ਸ਼ੁਰੂ ਹੋਊਗਾ ਜੀ। ਹੁਣ ਜਿੱਦਾਂ 38 ਸਾਲ ਇਹਨਾਂ ਨੂੰ ਹੋ ਗਏ ਨੇ, ਤਾਂ ਇਹ 100 ਸਾਲ ਤੱਕ ਫਿਰ ਇੱਦਾਂ ਹੀ ਰਹਿਣਗੇ ਇਹ? ਬੁੱਧ ਮੰਦਿਰ 'ਚ ਇੱਕ ਦਰਖਤ ਆ ਜਿਹਨੂੰ 300 ਸਾਲ ਪੁਰਾਣੇ ਨੂੰ ਵੀ ਫਲ ਲੱਗਦਾ ਜੀ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਬਸ ਇਨਸਾਨ ਨੂੰ ਸਬਰ ਕਰਨਾ ਆਉਣਾ ਚਾਹੀਦਾ ਹੈ। ਜੇਕਰ ਸਬਰ ਕਰਨਾ ਸਿੱਖਣਾ ਹੈ ਤਾਂ ਬਾਗਬਾਨੀ ਵਾਲੇ ਕਿਸਾਨਾਂ ਤੋਂ ਵਧੀਆ ਉਦਾਹਰਨ ਸ਼ਾਇਦ ਨਹੀਂ ਹੋ ਸਕਦੀ, ਕਿਉਂਕਿ ਇੱਕ ਬਾਗ ਨੂੰ ਤਿਆਰ ਹੁੰਦਿਆਂ ਕਈ ਸਾਲ ਲੱਗ ਜਾਂਦੇ ਨੇ, ਜਿਸ ਤੋਂ ਬਾਅਦ ਇਹਦਾ ਫਲ ਮਿੱਠਾ ਲੱਗਦਾ ਹੈ। ਫਲ ਤਾਂ ਮਿੱਠਾ ਲੱਗਦਾ ਹੀ ਲੱਗਦਾ ਹੈ, ਪਰ ਕਿਸਾਨਾਂ ਨੂੰ ਇਹਦੇ ਨਾਲ ਕਮਾਈ ਵੀ ਇੱਕ ਮਿੱਠੀ ਹੁੰਦੀ ਹੈ, ਕਿਉਂਕਿ ਕਈ ਸਾਲਾਂ ਦੀ ਇਹਦੇ ਵਿੱਚ ਮਿਹਨਤ ਲੱਗੀ ਹੁੰਦੀ ਹੈ। ਅੱਜ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਰਮਕੋਟ ਦੇ ਵਿੱਚ ਇੱਕ ਲੀਚੀਆਂ ਵਾਲੇ ਬਾਗ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿਸਾਨ ਬਲਜੀਤ ਸਿੰਘ ਹੁਣਾਂ ਦੇ ਵੱਲੋਂ 38 ਸਾਲ ਪਹਿਲਾਂ ਲੀਚੀਆਂ ਦਾ ਬਾਗ ਲਗਾਇਆ ਗਿਆ ਸੀਗਾ ਤੇ ਅੱਜ ਇਹ ਲੀਚੀਆਂ ਦੇ ਬਾਗ ਤੋਂ ਵਧੀਆ ਮੁਨਾਫਾ ਲੈ ਰਹੇ ਨੇ। ਕਿਸਾਨ ਬਲਜੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਾਰੀ ਜਾਣਕਾਰੀ ਲਵਾਂਗੇ ਬਾਗਾਂ ਦੇ ਵਿੱਚ ਫਿਰਦੇ ਹੋਏ, ਨਾਲੇ ਤੁਹਾਨੂੰ ਲੀਚੀਆਂ ਦਾ ਬਾਗ ਦਿਖਾਵਾਂਗੇ, ਨਾਲੇ ਜਾਣਕਾਰੀ ਲਵਾਂਗੇ ਕਿ ਲੀਚੀਆਂ ਦਾ ਬਾਗ ਕਿਵੇਂ ਲਗਾਇਆ ਜਾਂਦਾ ਹੈ, ਕਿੰਨੇ ਸਾਲ ਲੱਗ ਜਾਂਦੇ ਨੇ ਤਿਆਰ ਹੁੰਦਿਆਂ ਤੇ ਕੀ ਇਹਦੇ ਤੋਂ ਮੁਨਾਫਾ ਮਿਲਦਾ ਹੈ। ਸਭ ਤੋਂ ਪਹਿਲਾਂ ਤਾਂ ਬਲਜੀਤ ਜੀ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਤੇ। ਜੀ ਆਇਆਂ ਮਨਪ੍ਰੀਤ ਜੀ, ਸਾਡੇ ਬਾਗ 'ਚ ਆਉਣ ਤੇ ਆਪ ਨੂੰ ਜੀ ਆਇਆਂ। ਅੱਛਾ, ਜਿੱਦਾਂ ਮੈਂ ਕਿਹਾ ਕਿ ਸਬਰ ਦਾ ਫਲ ਕਹਿੰਦੇ ਮਿੱਠਾ ਹੁੰਦਾ ਹੈ, ਤੇ ਫਲ ਤਾਂ ਇਹਦਾ ਮਿੱਠਾ ਲੱਗਦਾ ਹੀ ਲੱਗਦਾ, ਕਿਸਾਨਾਂ ਨੂੰ ਫਲ ਮਿੱਠਾ ਮਿਲਦਾ ਇਹਦਾ? ਫਲ ਜ਼ਰੂਰ ਮਿੱਠਾ ਮਿਲਦਾ। ਜਿਹੜੀ ਸਬਰ ਦੀ ਗੱਲ ਆ ਜੀ, ਸਬਰ ਕਰਨਾ ਜਦੋਂ ਅਸੀਂ ਕਿਸੇ ਚੀਜ਼ ਲਈ ਚੱਲਦੇ ਹਾਂ ਤੇ ਉਹਨੂੰ ਬਹੁਤ ਜਲਦੀ, ਕਿਉਂਕਿ ਹੁਣ ਦਾ ਸਮਾਂ ਜਿਹੜਾ ਆ ਉਹ ਅੱਜ ਬੀਜਿਆ ਤੇ ਕੱਲ੍ਹ ਤੇ ਆ ਗਿਆ, ਪਰ ਜਦੋਂ ਅਸੀਂ ਇਹ ਸ਼ੁਰੂ ਕੀਤਾ ਉਦੋਂ ਸਮਾਂ ਸੀ ਨਾ ਗੱਲ ਸ਼ਾਮ ਦੀ, ਨਾ ਗੱਲ ਸਵੇਰ ਦੀ, ਗੱਲ ਸਮੇਂ ਦੇ ਹੇਰ ਫੇਰ ਦੀ। ਉਸ ਲਈ ਸਿਰਫ ਇੱਕ ਸਾਡੇ ਕੋਲ ਰਾਹ ਸੀ ਕਿ ਅਸੀਂ ਲੋਕਾਂ ਨਾਲੋਂ ਵੱਖਰਾ ਕਰੀਏ ਤੇ ਵੱਧ ਕਮਾਈਏ, ਆਉਣ ਵਾਲੇ ਬੱਚਿਆਂ ਲਈ ਕੁਛ ਨਾ ਕੁਛ ਛੱਡ ਕੇ ਜਾਈਏ। ਅੱਛਾ, ਜਿੱਦਾਂ ਮੈਂ ਗੱਲ ਕਰਦਾ ਕਿ 38 ਸਾਲ ਤੁਸੀਂ ਦੱਸਿਆ ਕਿ 38 ਸਾਲ ਪਹਿਲਾਂ ਇਹ ਬਾਗ ਲਗਾਇਆ ਸੀਗਾ, ਉਦੋਂ 38 ਸਾਲ ਪਹਿਲਾਂ ਤਾਂ ਮੈਨੂੰ ਲੱਗਦਾ ਬਹੁਤ ਘੱਟ ਬਾਗ ਇਦਾਂ ਲੱਗਦੇ ਸੀਗੇ, ਲੋਕਾਂ ਦਾ ਜ਼ਿਆਦਾ ਧਿਆਨ ਕਣਕ ਝੋਨੇ ਵਾਲੀ ਜ਼ਿਆਦਾ ਹੁੰਦਾ ਸੀਗਾ, ਉਦੋਂ ਬਹੁਤ ਘੱਟ ਸੀਗੇ ਬਾਗ। ਉਦੋਂ ਕਿੱਥੋਂ ਇੰਸਪਾਇਰ ਹੋਏ ਸੀ ਤੁਸੀਂ? ਅਸੀਂ ਮਨਪ੍ਰੀਤ ਜੀ ਇੱਕ ਬਾਗ ਰਿਸਰਚ ਸਟੇਸ਼ਨ ਗੰਗੀਆਂ ਆ ਜੀ ਯੂਨੀਵਰਸਿਟੀ ਦਾ, ਉੱਥੇ ਅਲੂਚੇ ਤੇ ਆੜੂ ਦਾ ਇੱਕ ਬਾਗ ਸੀ ਜਿਹੜਾ ਅਸੀਂ ਬਾਗ ਦੇਖਣ ਗਏ, ਸੌਦਾ ਕਰ ਲਿਆ। ਉੱਥੋਂ ਇੰਸਪਾਇਰ ਹੋ ਕੇ ਉੱਥੋਂ ਅਸੀਂ ਕੁਝ ਕਮਾ ਕੇ ਨਹੀਂ ਆਏ, ਪਰ ਉੱਥੋਂ ਸਿੱਖ ਕੇ ਨਾ ਕੁਛ ਆਏ ਪਏ। ਅਸੀਂ ਆ ਕੇ ਆਪਣੇ ਬਾਗ 'ਚ ਪਹਿਲਾਂ ਆੜੂ ਲਾਇਆ, ਆੜੂ ਲਾ ਕੇ ਫਿਰ ਉੱਥੇ ਡਾਕਟਰ ਸੀ RC ਸ਼ਰਮਾ, ਜਿਨ੍ਹਾਂ ਨੇ ਸਾਨੂੰ ਇੰਸਪਾਇਰ ਕੀਤਾ ਕਿ ਤੁਸੀਂ ਆੜੂ ਜਦੋਂ ਤੱਕ ਵੱਢ ਹੋਣਾ ਉਦੋਂ ਤੱਕ ਇੱਕ ਫਸਲ ਇੱਦਾਂ ਦੀ ਦੇ ਦਿਆਂਗੇ ਜਿਹੜੀ ਤੁਹਾਡੇ ਬੱਚੇ ਵੀ ਜਿਹਦਾ ਫਲ ਖਾਣਗੇ। ਉਹ ਸੀ ਇਹ ਲੀਚੀ। ਫਿਰ ਇਹਨੂੰ ਅਸੀਂ ਇੱਥੇ ਲੀਚੀ ਲਾਈ ਜੀ। ਅੱਛਾ, ਇਹ ਬਾਅਦ ਵਿੱਚ ਲੀਚੀ ਲਾਈ ਆੜੂ ਤੋਂ ਬਾਅਦ ਤੁਸੀਂ? ਹਾਂਜੀ, ਇਹ ਸਾਡੀ ਮੇਨ ਫਸਲ ਫਿਰ ਲੀਚੀ ਹੋ ਗਈ। ਆੜੂ ਜਿਹੜਾ ਸੀ ਉਹ ਕੁਛ ਸਮਾਂ ਕੱਟ ਕੇ 10-12 ਸਾਲ ਉਹਦੇ ਵਧੀਆ ਪੈਸੇ ਲੈ ਕੇ ਤੇ ਆੜੂ ਕਟਾਤਾ। ਹੁਣ ਜਿਹੜੀ ਇਹ ਫਸਲ ਲੀਚੀ ਦੀ ਆ ਇਹ ਲੰਬਾ ਸਮਾਂ ਚੱਲੂਗੀ ਜੀ, ਇਹਦੀ ਲਾਈਫ ਜਿਹੜੀ ਆ 100 ਸਾਲਾਂ ਤੱਕ। ਅੱਛਾ, ਇਹਦੀ 100 ਸਾਲ ਤੱਕ ਤੁਸੀਂ ਜਿੱਦਾਂ ਦੱਸਿਆ ਕਿ ਲਾਈਫ ਇਹਦੀ ਹੈਗੀ ਆ। ਇਹ 38 ਸਾਲ ਇਹਨਾਂ ਬੂਟਿਆਂ ਨੂੰ ਲੱਗਿਆਂ ਨੂੰ ਹੋ ਗਏ ਨੇ, ਤੇ ਇਹਦਾ ਫਲ ਜਦੋਂ ਤੁਸੀਂ ਲਗਾਇਆ 38 ਸਾਲ ਪਹਿਲਾਂ, ਤਾਂ ਫਲ ਕਿੰਨੇ ਸਾਲਾਂ ਬਾਅਦ ਲੱਗਣਾ ਸ਼ੁਰੂ ਹੋਇਆ ਇਹਨੂੰ? ਇਹਦੇ ਜਿਹੜੀ ਫਲ ਤਾਂ 5 ਸਾਲ ਥੋੜਾ ਥੋੜਾ ਲੱਗਣਾ ਸ਼ੁਰੂ ਹੋ ਜਾਂਦਾ, ਜਿਵੇਂ ਘਰ ਲਈ 1-2 ਬੂਟੇ ਹੋਣ ਖਾਣ ਜੋਗਾ,
ਪਰ ਇਹ ਤੋਂ ਇਨਕਮ ਜਿਹੜੀ ਆ ਉਹ ਕਰੀਬ 10 ਸਾਲ ਤੋਂ ਬਾਅਦ ਆਉਣੀ ਸ਼ੁਰੂ ਹੁੰਦੀ ਆ। ਸਾਲ ਤੋਂ ਬਾਅਦ ਸ਼ੁਰੂ ਹਾਂਜੀ, ਉਹ 10 ਸਾਲ ਦਾ ਗੈਪ ਜਿਹੜਾ ਸੀ ਉਹ ਸਾਡਾ ਆੜੂ ਨੇ ਪੂਰਾ ਕਰ ਦਿੱਤਾ। ਉਦੋਂ ਤੱਕ ਜਿਹੜਾ ਆੜੂ ਸੀ ਉਹ ਸਾਡੇ ਖਰਚੇ ਚਲਾਉਂਦਾ ਰਿਹਾ ਜੀ। ਅੱਛਾ, ਆੜੂ ਤੇ ਲੀਚੀ ਇਕੱਠੇ ਇੱਕੋ ਜ਼ਮੀਨ ਦੇ ਵਿੱਚ ਲੱਗ ਜਾਂਦੇ ਨੇ, ਇਹਦਾ ਫਿਰ ਜਿੱਦਾਂ ਇਹਦੇ ਵਿੱਚ ਗੈਪ ਵੀ ਕਿੰਨਾ ਕਿੰਨਾ ਛੱਡਿਆ ਹੋਇਆ ਤੇ ਉਹ ਫਿਰ ਆੜੂ ਇਹਨਾਂ ਬੂਟਿਆਂ ਦੇ ਵਿੱਚ ਲਗਾਏ ਜਾਂਦੇ ਨੇ ਨਾਲ? ਆੜੂ 4 ਬੂਟਿਆਂ ਦੇ ਵਿਚਕਾਰ ਇੱਕ ਬੂਟਾ ਆੜੂ ਦਾ ਸੀ, ਹਰ 2 ਤੋਂ ਅੱਗੇ ਆੜੂ ਤੇ ਅਲੂਚਾ 2 ਫਸਲਾਂ ਇਦਾਂ ਦੀਆਂ ਜਿਹੜੀਆਂ ਲੀਚੀ ਦੇ ਨਾਲ ਆਪਾਂ ਐਜ਼ ਏ ਫਿਲਰ ਲਾ ਸਕਦੇ ਆ, ਕਿਉਂਕਿ ਗਰਮੀ 'ਚ ਹੀ ਆੜੂ ਨੂੰ ਪਾਣੀ ਦੀ ਲੋੜ ਆ ਤੇ ਗਰਮੀ 'ਚ ਹੀ ਲੀਚੀ ਨੂੰ ਲੋੜ ਆ। ਇਹ ਗੈਪ ਕਿੰਨਾ ਛੱਡਿਆ ਹੋਇਆ? ਜਿੱਦਾਂ ਅਸੀਂ ਦੇਖਣ ਦੇ ਕਾਫੀ ਗੈਪ ਹੈਗਾ ਇੱਕ ਇੱਕ ਬੂਟੇ ਦੇ ਵਿੱਚ ਤੇ ਜਗ੍ਹਾ ਸਾਰੀ ਖਾਲੀ ਰਹਿੰਦੀ ਫਿਰ ਵਿੱਚ। ਮਨਪ੍ਰੀਤ ਜੀ, ਇਹ ਗੈਪ ਵੀ ਉਸ ਸਮੇਂ ਕਿਉਂਕਿ ਨਵਾਂ ਕੰਮ ਸੀ, ਨਵਾਂ ਕੰਮ ਕਰਕੇ ਉਸ ਸਮੇਂ ਇਹ ਗੈਪ ਸਾਨੂੰ ਵੱਡਾ ਲੱਗਦਾ ਸੀ, ਪਰ ਇਹ ਗੈਪ ਵੀ ਸਾਡੇ ਕੋਲ ਅੱਜ ਦੇ ਸਮੇਂ ਨਾਲ ਥੋੜਾ ਰੱਖ ਹੋਇਆ। ਇਹ ਮਿਨੀਮਮ 30 ਫੁੱਟ ਤੇ ਚਾਹੀਦਾ ਸੀ। ਇਸ ਵੇਲੇ ਜਿਹੜੇ ਪਲਾਂਟ ਆ ਉਹ 26 ਬਾਈ 26 ਫੁੱਟ ਤੇ ਹੈਗੇ ਆ। ਤੁਸੀਂ ਦੇਖਿਆ ਹੋਣਾ ਜਦੋਂ ਅੰਦਰ ਆਉਨੇ ਆ, ਜਿੱਥੇ ਲਾਈਟ ਘੱਟ ਪੈਂਦੀ ਉੱਥੇ ਫਰੂਟ ਦਾ ਰੰਗ ਵੀ ਹਾਲੇ ਹਰਾ ਤੇ ਫਰੂਟ ਬੇਰਿੰਗ ਵੀ ਘੱਟ। ਅੱਛਾ, ਮੈਂ ਇਹੀ ਗੱਲ ਲੱਗਾ ਸੀ ਤੁਹਾਡੇ ਤੋਂ ਸਵਾਲ ਕਰਨ ਕਿ ਜਦੋਂ ਅਸੀਂ ਬਾਹਰ ਬਾਗਾਂ ਦੇ ਵਿੱਚ ਐਂਟਰ ਹੋਏ ਆ ਤਾਂ ਉੱਥੇ ਲਾਲ ਰੰਗ ਦਾ ਇੱਕ ਭਰਿਆ ਜਿਹੜਾ ਫਰੂਟ ਸੀਗਾ ਉਹ ਲੱਦੇ ਪਏ ਨੇ, ਬਾਹਰਲੇ ਜਿਹੜੇ ਬੂਟੇ ਨੇ ਅੰਦਰ ਆ ਕੇ ਫਲ ਘਟ ਗਿਆ। ਇਹ ਕੀ ਛਾਂ ਦਾ ਕਾਰਨ ਹੈ? ਮਨਪ੍ਰੀਤ ਜੀ, ਇਹ ਛਾਂ ਦਾ ਕਾਰਨ ਆ ਜੀ। ਦੇਖੋ, ਪਰਮਾਤਮਾ ਨੇ ਜੇ ਇੱਕ ਚੀਜ਼ ਬਣਾਈ ਆ, ਜੇ ਸੂਰਜ ਦੀ ਜਿਹੜੀ ਲਾਈਟ ਆ ਉਹ ਸਾਨੂੰ ਇੰਨੀ એનર્ਜੀ ਦਿੰਦੀ। ਅੱਜ ਦੀ ਡੇਟ 'ਚ ਤਾਂ ਸਮਾਂ ਬਦਲਿਆ ਪਏ, ਅਸੀਂ ਉਹ ਤੋਂ ਬਿਜਲੀ ਵੀ ਲੈਣੀ ਸ਼ੁਰੂ ਕਰ ਲਈ। ਜਦੋਂ ਅਸੀਂ ਆਪਣੇ ਫਲ ਨੂੰ ਕਿੰਨੂ ਦੇ ਨੂੰ ਮਤਲਬ ਹੁਸ਼ਿਆਰਪੁਰ ਦਾ ਕਿੰਨੂ ਜਿਹੜਾ ਆ ਉਹਨੂੰ ਆਪਾਂ ਕੰਪੇਅਰ ਕਰਦੇ ਆ ਅਬੋਹਰ ਦੇ ਕਿੰਨੂ ਨਾਲ, ਅਬੋਹਰ ਦੇ ਕਿੰਨੂ ਦਾ ਸਾਈਜ਼ ਸਾਡੇ ਨਾਲ ਵੱਧ ਫੁੱਲਣ ਦਾ ਇੱਕੋ ਹੀ ਆ ਕਿ ਸਾਡੇ ਨਾਲੋਂ 40 ਤੋਂ ਲੈ ਕੇ ਮਤਲਬ 1.5 ਘੰਟਾ ਤੱਕ ਉੱਥੇ ਸੂਰਜ ਦੀ ਲਾਈਟ ਵੱਧ ਪੈਂਦੀ ਆ। ਅੱਛਾ, ਜਿੱਦਾਂ ਹੁਣ ਇਹ ਫਲ ਜੇ ਪੱਕਣਾ ਸ਼ੁਰੂ ਹੋਇਆ, ਮੈਨੂੰ ਲੱਗਦਾ 4-5 ਦਿਨਾਂ ਤੱਕ ਤੁਸੀਂ ਤੜਾਈ ਕਰੋਗੇ। ਇਹ ਕਿਸਮ ਕਿਹੜੀ ਹੈਗੀ ਹੈ? ਕਿਉਂਕਿ ਬਾਜ਼ਾਰਾਂ ਦੇ ਵਿੱਚ ਤਾਂ ਲੀਚੀ ਆ ਚੁੱਕੀ ਹੈ ਹੁਣ। ਮਨਪ੍ਰੀਤ ਜੀ, ਸਾਡੇ ਜਿਹੜੀ ਪ੍ਰੋਬਲਮ ਆ, ਅਸੀਂ ਉਸ ਥਾਂ ਤੇ ਬੈਠੇ ਆ ਪੰਜਾਬ ਦੇ ਜਿੱਥੇ ਸਭ ਤੋਂ ਵੱਧ ਠੰਡ ਤੇ ਸਭ ਤੋਂ ਵੱਧ ਗਰਮੀ ਪੈਂਦੀ ਆ। ਸਹੀ ਮਾਇਨੇ 'ਚ ਇਹ ਬਾਗ ਦੇ ਸੂਟੇਬਲ ਨਹੀਂ, ਪਰ ਅਸੀਂ ਇਸ ਪਾਸੇ ਨੂੰ ਚੱਲ ਪਏ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਜਿੱਦਾਂ ਦੀ ਬਾਗ ਨੂੰ ਜ਼ਰੂਰਤ ਆ ਉੱਦਾਂ ਦਾ ਢਾਲ ਲਈਏ, ਆਪਣੇ ਆਪ ਨੂੰ ਵੀ ਉਹ ਜ਼ਰੂਰਤ ਇਹਦੀ ਪੂਰੀ ਕਰੀਏ। ਸਾਡੇ ਤੋਂ ਸਿਰਫ ਤੇ ਸਿਰਫ ਮੌਸਮ ਕਰਕੇ ਜਿਹੜੀ ਵੈਰਾਈਟੀ ਆ ਉਹ ਪਠਾਨਕੋਟ 'ਚ 4 ਦਿਨ ਪਹਿਲਾਂ ਸ਼ੁਰੂ ਹੋਣੀ ਹੈ, ਦੇਹਰਾਦੂਨ 'ਚ ਉਹ 20 ਦਿਨ ਪਹਿਲਾਂ ਸ਼ੁਰੂ ਹੋਣੀ ਆ। ਸਾਡੇ ਕੋਲ ਮਤਲਬ ਇਹ 16 ਤਰੀਕ ਤੋਂ ਚਾਲੂ ਹੁੰਦੀ ਆ, ਸਿਰਫ ਮੌਸਮ ਕਰਕੇ। ਸਾਡੇ ਕੋਲ 2 ਤਰ੍ਹਾਂ ਦੀ ਵੈਰਾਈਟੀ ਆ, ਇੱਕ ਦੇਹਰਾਦੂਨ, ਦੂਜੀ ਕਲਕੱਤੀਆ ਲੇਟ। ਜਿਸ ਦਿਨ ਸਾਡੀ ਦੇਹਰਾਦੂਨ ਖਤਮ ਹੋਣੀ ਆ, ਦੇਹਰਾਦੂਨ ਦਾ ਸੀਜ਼ਨ ਖਤਮ ਹੋਣਾ, ਉਦੋਂ ਕਲਕੱਤੀਆ ਲੇਟ ਚੱਲਣੀ ਹੈ। ਉਹ ਫਿਰ ਮਤਲਬ ਜੁਲਾਈ ਤੱਕ ਜਾਊ। ਜੁਲਾਈ ਤੱਕ ਜਾਊ। ਅੱਛਾ, ਇਹ ਕਿੰਨਾ ਸਮਾਂ ਰਹਿੰਦਾ ਇਹਦਾ ਫਲ ਦੀ ਤੜਾਈ? ਕਿੰਨਾ ਸਮੇਂ ਤੱਕ ਹੁੰਦੀ ਰਹਿੰਦੀ ਇਹਦੀ ਫਲ ਦੀ ਤੁੜਾਈ? ਮਤਲਬ ਬਹੁਤ ਲੰਬੀ ਨਹੀਂ, ਸਮਝ ਲਓ 15 ਜੂਨ ਤੋਂ ਸ਼ੁਰੂ ਕਰਕੇ 5 ਜੁਲਾਈ ਤੱਕ ਇਹ ਸਾਰੀ ਤੋਂ। ਬਾਕੀ ਮੌਸਮ ਤੇ ਡਿਪੈਂਡ ਆ ਕਿ ਬਾਰਿਸ਼ਾਂ ਕਿੰਨੀਆਂ ਹੁੰਦੀਆਂ। ਬਹੁਤਾ ਲੰਬਾ ਸਮਾਂ ਨਹੀਂ ਜੀ। ਅੱਛਾ, ਇਹ ਜਾਨੀ ਕਿ 20 ਦਿਨ ਹੀ ਰਹਿੰਦੀ ਫਿਰ ਇਹਦੀ ਤੁੜਾਈ? 20 ਦਿਨ ਦੀ ਤੁੜਾਈ ਆ ਜੀ। ਤੇ ਉਹਨੇ 'ਚ ਇਹ ਮਤਲਬ ਮੰਡੀਆਂ 'ਚ ਚਲੇ ਜਾਂਦੀ ਆ। ਪਹਿਲਾਂ ਤੇ ਸਿਰਫ ਇਹ ਸੀ ਕਿ ਅਸੀਂ ਇਹ ਫਲ ਜਿਹੜਾ ਆਮ ਮੰਡੀਆਂ 'ਚ ਹੀ ਵੇਚ ਲੈਂਦੇ ਸੀ, ਹੁਣ ਇਹ ਸਟੋਰ ਤੱਕ ਵੀ ਹੋਣਾ ਸ਼ੁਰੂ ਹੋ ਗਿਆ ਜੀ। ਅੱਛਾ, ਇਹ ਤੁਸੀਂ ਫਿਰ ਕਿੱਦਾਂ ਇਹਦੀ ਸੇਲ ਕਿਵੇਂ ਕਰਦੇ ਹੋ? ਤੁਸੀਂ ਤੁਹਾਡੇ ਕੋਲ ਸਿੱਧਾ ਇੱਥੇ ਵਪਾਰੀ ਆ ਜਾਂਦੇ ਨੇ ਕਿ ਜਾਂ ਤੁਸੀਂ ਲੈ ਕੇ ਜਾਂਦੇ ਹੋ ਇੱਥੋਂ ਲੀਚੀ? ਮਨਪ੍ਰੀਤ ਜੀ, ਇਹ ਬੜਾ ਵੱਡਾ ਸਵਾਲ ਆ ਜੀ। ਬਹੁਤ ਸਮਾਂ ਅਸੀਂ ਇਹਦਾ ਆਪ ਕੰਮ ਕੀਤਾ ਜੀ। ਅੱਛਾ, ਮੰਡੀ ਕਰਨ ਆਪ ਕੀਤਾ ਜੀ, ਪਰ ਹੁਣ ਹਾਲਾਤ ਬਦਲੇ, ਅਸੀਂ ਠੇਕੇਦਾਰ ਕੋਲ ਵੇਚ ਦਿੱਤਾ ਇਸ ਵਾਰੀ ਬਾਗ ਜੀ। ਅੱਛਾ, ਇਹ ਠੇਕੇਦਾਰਾਂ ਦੇ ਕੋਲ ਤੁਸੀਂ ਦੇ ਦਿੱਤਾ? ਹਾਂਜੀ। ਅੱਛਾ, ਇਹ ਠੇਕੇਦਾਰਾਂ ਨੂੰ ਦੇਣ ਦੇ ਵਿੱਚ ਮੁਨਾਫਾ ਰਹਿੰਦਾ ਹੈ ਕਿ ਜਾਂ ਆਪ ਕਰਨ ਦੇ ਵਿੱਚ ਮੁਨਾਫਾ ਜ਼ਿਆਦਾ ਰਹਿੰਦਾ? ਇਹ ਮੁਨਾਫਾ ਤੇ ਆਪ ਕਰਨ 'ਚ ਵੱਧ ਰਹਿੰਦਾ। ਕਾਰਨ ਉਸ ਦਾ ਇਹ ਆ ਕਿ ਠੇਕੇਦਾਰ ਨੂੰ ਜੇ ਘਾਟਾ ਪੈਣਾ ਤੇ ਉਹ ਕਿਸਾਨ ਨੂੰ ਹੀ ਪੈਣਾ ਆ। ਅੱਛਾ, ਕਿਉਂਕਿ ਉਹਨੇ ਮਰ ਗਿਆ ਲੁੱਟ ਗਿਆ ਕਰਕੇ ਪੈਸੇ ਛਡਾਉਣੇ ਆ। ਅੱਛਾ, ਆਪਾਂ ਜੋ ਵੇਚਾਂਗੇ ਜੋ ਵੱਟਾਂਗੇ ਉਹ ਆਪਦੇ ਘਰ ਨੂੰ ਹੀ ਆਉਣਾ। ਅੱਛਾ, ਇਹ ਤੁਹਾਡੇ ਕੋਲੋਂ ਕਿਹੜੇ ਹਿਸਾਬ ਦੇ ਨਾਲ ਲੀਚੀ ਜਾਂਦੀ ਆ? ਜਿੱਦਾਂ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਖੀਏ ਤਾਂ ਬਾਜ਼ਾਰਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 140 150 ਰੁਪਏ ਕਿਲੋ ਦੇ ਹਿਸਾਬ ਨਾਲ ਵੇਖ ਲਈਏ। ਇਹ ਸਾਡੇ ਜਿਹੜੀ ਬਾਗ ਤੋਂ ਲੀਚੀ ਟੁੱਟ ਕੇ ਜਾਊਗੀ ਜੀ, ਇਹਦਾ ਮੈਕਸਿਮਮ ਮੁੱਲ ਪਊਗਾ ਜੀ 50 ਤੋਂ 55। ਇਹ ਤੋਂ ਵੱਧ ਨਹੀਂ। ਅੱਛਾ, ਇਹ ਤੋਂ ਵੱਧ ਨਹੀਂ। ਇਹ ਤੋਂ ਵੱਧ ਨਹੀਂ ਅੱਛਾ, ਜੀ। ਇੰਨਾ ਜ਼ਿਆਦਾ ਮੁਨਾਫਾ ਫਿਰ ਉਨੀ ਤਾਂ ਤੁਹਾਨੂੰ ਨਹੀਂ ਬਚਤ ਹੁੰਦੀ ਜਿੰਨੀ ਵਪਾਰੀ ਕਰ ਜਾਂਦੇ ਨੇ ਇਹਦੇ ਚੋਂ। ਦੇਖੋ ਮਨਪ੍ਰੀਤ ਜੀ, ਜੇ ਇਹੀ ਇੱਕ ਸਰਕਾਰ
ਵਧੀਆ ਤਰੀਕਾ ਕਰ ਲੈ ਕਿ ਲੈਣ ਵਾਲੇ ਨੂੰ ਰੇਟ ਸਹੀ 'ਚ ਮਿਲ ਜਾਏ, ਵੇਚਣ ਵਾਲੇ ਨੂੰ ਰੇਟ ਸਹੀ ਮਿਲ ਜਾਵੇ। ਹੁਣ ਖਾਣ ਵਾਲਾ ਸਾਡੇ ਨਾਲੋਂ 3 ਗੁਣਾ ਮਹਿੰਗੀ ਲੈਂਦਾ, ਅਸੀਂ 3 ਗੁਣਾ ਸਸਤੀ ਵੇਚਦੇ ਆ। ਤੇ ਵਿੱਚ ਵਪਾਰੀ ਜਿਹੜਾ ਮੁਨਾਫਾ ਲੈ ਵਿਚਕਾਰਲਾ ਆ ਉਹ ਦੋ ਮੁਨਾਫੇ ਲੈ ਗਿਆ। ਅੱਛਾ, ਇਹਦਾ ਨੁਕਸਾਨ ਕਿਸਾਨ ਨੂੰ ਤਾਂ ਹੋਇਆ ਆਮ ਲੋਕਾਂ ਨੂੰ ਵੀ ਨੁਕਸਾਨ ਇਹਦਾ ਹੁੰਦਾ ਫਿਰ ਜ਼ਿਆਦਾ, ਹਨਾ? ਆਮ ਲੋਕਾਂ ਤੇ ਵੀ ਇਹਦੀ ਮਾਰ ਪੈਂਦੀ ਹੈ। ਅੱਜ ਜਿਹੜੇ ਧਰਨੇ ਲੱਗੇ ਆ ਜੀ, ਉਹ ਸਿਰਫ ਇਸੇ ਕਰਕੇ ਲੱਗੇ ਆ ਕਿ ਜਿਹੜੇ ਲੈਣ ਵਾਲੇ ਆ ਉਹ ਖਾਣ ਲਈ ਤੰਗ ਆ, ਜਿਹੜੇ ਵੇਚਣ ਵਾਲੇ ਆ ਉਹ ਵੇਚਣ ਲਈ ਤੰਗ ਆ, ਵਿਚਕਾਰਲਾ ਮੁਨਾਫਾ ਲਈ ਜਾਂਦੇ। ਅੱਛਾ, ਇਹ ਹਰੀਆਂ ਲੀਚੀਆਂ ਨੇ, ਇਹ ਕਲਕੱਤੀ ਵੈਰਾਈਟੀ ਹੈ? ਇਹ ਵੈਰਾਈਟੀ ਉਹਦੇ ਨਾਲੋਂ ਫਰਕ ਆ ਜੀ, ਜਿਹੜੀ ਪਿੱਛੇ ਆਪਾਂ ਤੁਰ ਕੇ ਆਏ ਆ ਜੀ, ਉਹ ਦੇਹਰਾਦੂਨ, ਇਹ ਕਲਕੱਤੀ ਆ ਜੀ। ਇਹਦਾ ਪੱਕਣ ਦਾ ਸਮਾਂ ਉਹ ਤੋਂ 15 ਦਿਨ ਦਾ ਫਰਕ ਹੈ ਜੀ। ਅੱਛਾ, ਇਹਦਾ 15 ਦਿਨ ਲੇਟ ਪੱਕੂਗੀ ਇਹ। ਅੱਛਾ, ਇਹਦਾ ਜੇਕਰ ਔਸਤਨ ਦੇਖਿਆ ਜਾਵੇ ਤਾਂ ਇੱਕ ਬੂਟੇ ਤੋਂ ਕਿੰਨੀ ਕੁ ਲੀਚੀ, ਕਿੰਨੇ ਕੁ ਕੁਇੰਟਲ ਦੇ ਜਾਂਦੀ ਹੈ ਲੀਚੀ? ਇਹ ਐਵਰੇਜ 1.25 ਕੁਇੰਟਲ ਜਿਹੜੇ ਸਾਡੇ ਪਲਾਂਟ ਹੈ ਜੀ, ਐਵਰੇਜ ਅਸੀਂ 1.25 ਕਰਦੇ ਆ ਜੀ। ਅੱਛਾ, ਕੁਛ ਪਲਾਂਟ ਜਿਵੇਂ ਸਾਹਮਣਾ ਪਲਾਂਟ ਦੇਖਾਂਗੇ ਘੱਟ ਤੋਂ ਘੱਟ 1.5 ਕੁਇੰਟਲ ਹੋਊਗਾ ਜੀ ਇਹਨੂੰ। 1.5 ਕੁਇੰਟਲ। ਅੱਛਾ, ਇਹ ਜਿੱਦਾਂ ਬਾਹਰਲੇ ਬੰਨੇ ਜ਼ਿਆਦਾ ਲੱਗੀ ਹੋਈ ਹੈ ਲੀਚੀ, ਤਾਂ ਬਾਹਰਲੇ ਬੰਨੇ ਇਹਦਾ ਜ਼ਿਆਦਾ ਝਾੜ ਨਿਕਲਦਾ ਹੋਣਾ ਇਹਦਾ ਫਿਰ? ਇਸੇ ਕਰਕੇ ਐਵਰੇਜ ਕਰਦੇ ਆ ਨਾ ਜੀ। ਅੱਛਾ, ਬਾਹਰਲੇ ਬੂਟਿਆਂ ਨੂੰ ਵੱਧ ਹੋਊਗੀ, ਉਹਨੂੰ ਰੋਸ਼ਨੀ ਵੱਧ ਮਿਲੀ ਜੀ, ਉਹਦੇ ਦੁਆਲੇ ਹੋਰ ਕੋਈ ਫਸਲ ਨਹੀਂ। ਅੱਛਾ, ਉਹਨੂੰ ਖੁਰਾਕ ਲੈਣੀ, ਆਲੇ ਦੁਆਲਿਓਂ ਹਵਾ ਲੈਣੀ, ਸਾਰਾ ਕੁਝ ਉਹਨੂੰ ਵੱਧ ਮਿਲਦਾ ਜੀ। ਇਸ ਕਰਕੇ ਬਾਹਰਲੇ ਪਲਾਂਟਸ ਤੇ ਜਿਹੜੀ ਕਲਕੱਤੀਆ ਹੈ ਇਹਦੀ ਵੇਅਰਿੰਗ ਤੁਸੀਂ ਦੇਖੋ ਇਸ ਵਾਰੀ ਬਹੁਤ ਜ਼ਿਆਦਾ ਆ। ਕਲਕੱਤੀਆ ਦਾ ਇੱਕ ਕਰੈਕਟਰ ਆ, 1 ਸਾਲ ਵੱਧ ਆਉਂਦਾ, 1 ਸਾਲ ਘੱਟ ਆਉਂਦਾ। ਅੱਛਾ, ਜਿੱਦਾਂ ਕਣਕ ਝੋਨੇ ਤੋਂ ਵੀ ਕਿਸਾਨ ਨਹੀਂ ਨਿਕਲਦੇ, ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਇਦ ਫਾਇਦਾ ਘੱਟ ਆ। ਕਈ ਕਿਸਾਨ ਸੋਚਦੇ ਨੇ, ਜਾਂ ਜਿੱਦਾਂ ਮੈਂ ਗੱਲ ਕੀਤੀ ਕਿ ਸਬਰ ਜ਼ਿਆਦਾ ਕਰਨਾ ਪੈਂਦਾ ਇਹਦੇ ਵਿੱਚ। ਪ੍ਰਤੀ ਕਿੱਲੇ ਦੇ ਵਿੱਚੋਂ ਸਾਲ ਦੀ ਕਿੰਨੀ ਕੁ ਆਮਦਨ ਹੋ ਜਾਂਦੀ ਜੇਕਰ ਕਿਸੇ ਨੇ ਲੀਚੀ ਦਾ ਬਾਗ ਲਾਉਣਾ ਤਾਂ? ਇਹ ਜਿਹੜੀ ਔਸਤਨ ਆਮਦਨ ਆ ਜੀ, ਉਹ 1 ਤੋਂ 1.25 ਲੱਖ ਰੁਪਇਆ ਹਰ ਸਾਲ ਦੀ। ਪਰ ਜਿੱਦਾਂ ਇਸ ਵਾਰੀ ਬੰਪਰ ਕ੍ਰੌਪ ਆ, ਅਸੀਂ 1.5 ਲੱਖ 'ਚ ਪਰ ਏਕੜ ਵੇਚੀ ਆ ਜੀ। ਅੱਛਾ, ਇਹ ਤਾਂ ਤੁਸੀਂ ਠੇਕੇ ਤੇ ਦੇਤੀ। ਜੇ ਤੁਸੀਂ ਆਪ ਕਰੋਗੇ ਤਾਂ ਇਹਦਾ ਮੁਨਾਫਾ ਤੁਹਾਨੂੰ ਹੋਰ ਵੀ ਹੋ ਸਕਦਾ, ਹੋਰ ਵੱਧ ਵੀ ਹੋਊਗਾ। ਪਰ ਇੰਨਾ ਕੁ ਮੁਨਾਫਾ ਜਿਹੜਾ ਆ, ਉਹ ਜੇ ਆਪਾਂ ਬਹੁਤ ਜ਼ਿਆਦਾ ਨਾ ਗਿਣੀਏ ਤੇ ਲੱਖ ਤੋਂ 1.25 ਲੱਖ ਐਵਰੇਜ ਆਉਂਦੀ ਆ ਜੀ। ਮਤਲਬ ਵੀ 20 ਦਿਨਾਂ ਦੀ ਜਿਹੜੀ ਉਹ ਤੜਾਈ ਹੈ ਜਾਂ 20 ਦਿਨਾਂ ਦੀ ਜਿਹੜੀ ਮਿਹਨਤ ਆ, ਉਹ ਲੱਖ, 1.25 ਲੱਖ, 1.5 ਲੱਖ ਦੇ। ਅਸੀਂ ਇਹਨੂੰ 20 ਦਿਨ ਦੀ ਨਹੀਂ ਗਿਣਦੇ ਜੀ, ਅਸੀਂ ਤਾਂ ਇਹਨੂੰ ਉਸ 38 ਸਾਲ ਨੂੰ ਹੀ ਗਿਣਾਂਗੇ ਜਿੱਥੋਂ ਅਸੀਂ ਇਹਨੂੰ ਲੈ ਕੇ ਤੁਰੇ ਹਾਂ ਜੀ। ਕਿਉਂਕਿ ਇਹਦੇ 'ਚ ਸਾਡਾ ਇੱਕ ਜਿਹੜਾ ਲੁਕਿਆ ਪੈਸਾ ਆਉਣ ਵਾਲਾ ਉਹ ਇਹ ਆ ਵੀ ਜਿਵੇਂ 4.25 ਜਾਂ 4.5 ਕਿੱਲੇ ਆ ਜੀ, ਅੱਜ ਦੀ ਡੇਟ 'ਚ 1.25 ਲੱਖ ਰੁਪਈਆ ਤਾਂ ਇਹਨਾਂ ਦਾ ਮਾਮਲਾ ਹੀ ਬਣਦਾ ਜੀ। ਅੱਛਾ, ਅੱਛਾ, ਕਿੰਨਾ ਕੁ ਖਰਚਾ ਆ ਜਾਂਦਾ ਜੇ ਕਿੱਲੇ ਦੇ ਵਿੱਚ ਲੀਚੀ ਦਾ ਬਾਗ ਲਗਾਉਣਾ ਹੋਏ? ਜਦੋਂ ਤੁਸੀਂ ਸ਼ੁਰੂਆਤ ਕੀਤੀ 38 ਸਾਲ ਪਹਿਲਾਂ, ਉਦੋਂ ਤਾਂ ਰੇਟ ਹੋਰ ਹੋਊਗਾ। ਅੱਜ ਦੀ ਡੇਟ ਦੇ ਵਿੱਚ ਜੇ ਬਾਗ ਲਗਾਉਣਾ ਹੋਏ, ਸਟਾਰਟਿੰਗ ਕਰਨੀ ਹੋਏ, ਤਾਂ ਕਿੰਨਾ ਕੁ ਖਰਚਾ ਆ ਜਾਂਦਾ ਕਿਸਾਨ ਲਈ? ਅੱਜ ਦੀ ਡੇਟ 'ਚ 25,000 ਤੋਂ ਸ਼ੁਰੂ ਹੋਊਗਾ ਜੀ, ਕਿਉਂਕਿ 80 ਰੁਪਏ ਬੂਟਾ ਮਿਲੂਗਾ ਜੀ। ਤੇ 25 ਰੁਪਏ ਪਰ ਪਲਾਂਟ ਇਹਦਾ ਟੋਆ ਪੱਟ ਕੇ ਖਾਦ ਪਾਉਣੀ ਪਊਗੀ, ਕਲੀਨਿੰਗ ਵਗੈਰਾ ਕਰਾਉਣੀ ਪਊਗੀ। ਇਹ ਜੋ ਵੀ ਸਾਰੇ ਖਰਚੇ ਕਰਕੇ ਲੱਗਣ ਤੇ ਮਤਲਬ ਨੀਅਰ ਅਬਾਊਟ 20 ਤੋਂ 25,000। ਹਾਂਜੀ ਹਾਂਜੀ। ਅੱਛਾ, ਕਿਸਾਨ ਜਿੱਦਾਂ ਤੁਸੀਂ ਲੀਚੀ ਦਾ ਬਾਗ ਲਗਾਇਆ, ਤੁਸੀਂ ਜਿੱਦਾਂ ਇਨਸਪਾਇਰ ਹੋਏ ਉਹ ਚੀਜ਼ ਤੋਂ ਲੈ ਕੇ, ਤਾਂ ਇਹ ਕਿਸਾਨ ਇਹ ਬਾਗਬਾਨੀ ਵਾਲੇ ਪਾਸੇ ਮੁੜਦੇ ਪਏ ਨੇ ਕਿ ਜਾਂ ਕੀ ਲੱਗਦਾ ਇਹਦੇ ਵਿੱਚ ਮੁਨਾਫਾ ਕਿਹੜੀ ਗੱਲ ਤੋਂ ਡਰਦੇ ਨੇ ਕਿ ਇੰਨੀ ਜ਼ਿਆਦਾ ਬਾਗਬਾਨੀ ਨਹੀਂ ਹੋਇਆ? ਇਹ ਕਿਸਾਨਾਂ ਦਾ ਬਾਗਬਾਨੀ ਵਾਲੇ ਪਾਸੇ ਮੁੜਨ ਤੋਂ ਜਿਹੜਾ ਰੁਝਾਨ ਦੁਬਾਰਾ ਇਸ ਕਰਕੇ ਘਟਿਆ ਕਿ ਹਰ ਬੰਦੇ ਨੇ ਕਿੰਨੂ ਦਾ ਬਾਗ ਲਾਇਆ। ਕਾਰਨ ਇਹ ਹੋਇਆ ਕਿ ਕਿੰਨੂ ਚੌਥੇ ਸਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਪਰ ਉਹ ਹੋਇਆ ਉਹਦੇ 'ਚ ਕੀ ਕਿ ਸਾਡੀ ਜਿਹੜੀ ਲੈਕ ਆਫ ਗਾਈਡੈਂਸ ਸੀ, ਅਸੀਂ ਉਹਨੂੰ ਫਲ ਤਾਂ ਦੇਖਦੇ ਰਹੇ, ਉਹਦੀ ਇਨਕਮ ਤਾਂ ਦੇਖਦੇ ਰਹੇ, ਪਰ ਉਹਦੇ ਤੇ ਮੁੜ ਕੇ ਇਨਵੈਸਟ ਨਹੀਂ ਕੀਤਾ, ਜਿਸ ਕਰਕੇ ਕਿੰਨੂ ਮੋਰਟੈਲਿਟੀ ਵਾਲੇ ਪਾਸੇ ਨੂੰ ਗਿਆ। ਅਗਲੀ ਗੱਲ ਸਰਕਾਰਾਂ ਦੀ ਲਾ ਲਈ ਇਹ ਕਿ ਸਰਕਾਰਾਂ ਨੇ 2 ਪਲਾਂਟ ਲਾਏ ਜੀ। ਅੱਛਾ, ਇਹ ਕਿੰਨੂ ਪ੍ਰੋਸੈਸਿੰਗ ਲਈ, ਦੋਨੇ ਬੰਦ ਆ। ਕਿੰਨੂ ਦੀ ਕਾਸਟ ਨਹੀਂ ਰਹੀ, ਲੋਕ ਕਿੰਨੂ ਵਾਲੇ ਪਾਸੋਂ ਭੱਜੇ। ਹੁਣ ਜੇ ਬਾਕੀ ਇਹ ਆ ਡਿਮਾਂਡ ਤੇ ਫਲ ਲਾ ਲਈ ਜਾਂ ਕੋਈ ਫਸਲ, ਉਹ ਡਿਮਾਂਡ ਤੇ ਮੁੱਲ ਆ। ਆਉਣ ਵਾਲੇ ਸਮੇਂ 'ਚ ਜੇ ਬਹੁਤੇ ਜ਼ਿਆਦਾ ਲੋਕ ਬਾਗ ਲਾ ਲੈਣਗੇ ਲੀਚੀ ਦੇ, ਫਿਰ ਲੀਚੀ ਦਾ ਹਾਲ ਵੀ ਉਹੀ ਹੋਊਗਾ। ਪਰ ਇਹ ਜ਼ਰੂਰ ਆ ਕਿ ਜੇ ਆਪਾਂ ਕਰ ਸਕਦੇ ਆ ਕਿ ਇਸ ਪਾਸੇ ਨੂੰ ਤੁਰਨਾ ਜ਼ਰੂਰ ਚਾਹੀਦਾ। ਅੱਛਾ, ਕਿੰਨਾ ਕੁ ਪੰਜਾਬ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਹੁੰਦੀ? ਤੁਹਾਡਾ ਤਾਂ ਤਜਰਬਾ ਜ਼ਿਆਦਾ, ਹੁਣ ਤੁਸੀਂ ਤਾਂ ਕਰਦੇ ਰਹੇ ਹੋ। ਗੁਰਦਾਸਪੁਰ ਤੇ ਪਠਾਨਕੋਟ ਦਾ ਏਰੀਆ ਜਿੱਥੇ ਨਹਿਰੀ ਪਾਣੀ ਵੱਧ ਲੱਗਦਾ। ਮਤਲਬ ਇੱਕ ਰਿਟਾਇਰਡ ਜੱਜ ਸੀ ਪਠਾਨਕੋਟ ਤੋਂ, ਉਹੀ ਇਹ ਚੀਨ ਤੋਂ ਲਿਆ ਸੀ। ਬੁੱਧ ਮੰਦਿਰ 'ਚ ਇੱਕ ਦਰਖਤ ਆ ਜਿਹਨੂੰ 300 ਸਾਲ ਪੁਰਾਣੇ ਨੂੰ ਵੀ ਫਲ ਲੱਗਦਾ ਜੀ। ਅੱਛਾ, ਇਹ ਹੁਣ ਜਿੱਦਾਂ 38 ਸਾਲ ਇਹਨਾਂ ਨੂੰ ਹੋ ਗਏ ਨੇ, ਤਾਂ ਇਹ 100 ਸਾਲ ਤੱਕ ਫਿਰ ਇੱਦਾਂ ਹੀ ਰਹਿਣਗੇ? ਇਹ 100 ਨਹੀਂ ਜੀ, ਹੋ ਸਕਦਾ ਹੈ 200 ਸਾਲ ਤੱਕ ਵੀ ਰਹਿਣ। ਇਹ ਜਿਨ੍ਹਾਂ ਨੇ ਰੱਖਣੇ ਆ ਅੱਗੇ,
ਜਿਸ ਬੰਦਿਆਂ ਨੇ ਵੀ ਇਹਨੂੰ ਮੇਨਟੇਨ ਕਰਨਾ ਆ ਉਹ ਉਹਨਾਂ ਤੇ ਡਿਪੈਂਡ ਕਰੂਗਾ ਜੀ। ਜਿੱਦਾਂ ਸਾਡੇ ਬੱਚੇ ਦਾ ਰੁਝਾਨ ਹੈ ਤਾਂ ਉਹਨਾਂ ਦੇ ਬੱਚੇ ਇਹਨਾਂ ਨੂੰ ਸਾਂਭਦੇ ਜਾਂ ਨਹੀਂ ਸਾਂਭਦੇ, ਕਿਉਂਕਿ ਸਾਡੇ ਕੋਲ ਇਹ ਜਿਹੜਾ ਦਰਖਤ ਨਾਲ ਅੰਬ ਦਾ ਆ ਇਹ ਕੋਈ 150 ਸਾਲ ਪੁਰਾਣਾ, ਤਾਂ ਸਾਡੇ ਕੋਲ ਅੰਬ ਦਾ ਦਰਖਤ ਫਲ ਦੇ ਰਿਹਾ ਜੀ। ਅੱਛਾ, ਇਹਦਾ ਫਿਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਉਹਦੇ ਨਾਲ ਫਲ ਦਾ ਵੀ ਫਰਕ ਪੈਂਦਾ, ਝਾੜ ਘਟਦਾ, ਕੋਈ ਫਰਕ ਪੈਂਦਾ ਇਹਦੇ ਤੇ ਬੂਟੇ ਤੇ? ਨਹੀਂ ਜੀ, ਇਹ ਤੇ ਫਰੂਟ ਵੱਧ ਆਊਗਾ ਜਿੱਦਾਂ ਜਿੱਦਾਂ ਸਮਾਂ ਪਊਗਾ, ਕਿਉਂਕਿ ਇਹਦਾ ਜਿਹੜਾ ਰੂਟ ਸਿਸਟਮ ਆ ਉਹ ਡਿਵੈਲਪ ਹੁੰਦਾ ਜਾਊਗਾ। ਤੇ ਜਦੋਂ ਅਸੀਂ ਇਹਨੂੰ ਤੋੜਦੇ ਆ ਉਹਦੇ ਨਾਲ ਸਾਡੀ ਜਿੰਨੀ ਕੁ ਜ਼ਰੂਰਤ ਆ ਉਨੀ ਪ੍ਰੂਨਿੰਗ ਹੋ ਜਾਂਦੀ ਆ ਤੇ ਫਲ ਘਟਣ ਦੀ ਬਜਾਏ ਵਧੂਗਾ ਜੀ। ਅੱਛਾ, ਫਲ ਇਹਦਾ ਅੱਗੇ ਵੱਧਦਾ ਰਹਿੰਦਾ ਵੱਧਦਾ ਰਹਿੰਦਾ। ਤਾਂ ਕਿਸਾਨ ਆਉਂਦੇ ਨੇ ਤੁਹਾਡੇ ਕੋਲ ਪੁੱਛਣ ਕਈ ਵਾਰੀ, ਜਿੱਦਾਂ ਇੰਸਪਾਇਰ ਹੋ ਜਾਂਦਾ ਬੰਦਾ ਕਿ ਅਸੀਂ ਵੀ ਲੀਚੀਆਂ ਦਾ ਬਾਗ ਲਗਾ ਲਈਏ? ਇੱਦਾਂ ਹੈ ਜੀ, ਮੈਂ ਬਤੌਰ ਡਾਕਟਰ ਸਿਟਰਸ ਸਟੇਟ ਭੁੰਗੇ ਇਹ 15 ਸਾਲ ਤੋਂ ਕਰ ਰਹੇ ਹਾਂ ਜੀ ਸੇਵਾ ਸੁਸਾਇਟੀ ਦੀ। ਤੇ ਉੱਥੇ ਮੇਰੇ ਡਾਕਟਰ ਨਾਲ ਸੰਬੰਧ ਆ ਤੇ ਬਹੁਤ ਜਾਣੇ ਬੰਦੇ ਨਾਲ ਲੈ ਕੇ ਬਾਗ ਦੇਖਣ ਵੀ ਆਉਂਦੇ ਆ। ਇਸ ਪਾਸੇ ਨੂੰ ਕੁਝ ਲੋਕ ਤੁਰਨ ਨੂੰ ਤਿਆਰ ਵੀ ਹੋਏ ਆ ਜੀ। ਤੇ ਅੱਛਾ, ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਤਾਂ ਡਿਗਰੀਆਂ ਵੀ ਕਾਫੀ ਕੀਤੀਆਂ ਹੋਈਆਂ ਨੇ, ਪੜ੍ਹੇ ਲਿਖੇ ਵੀ ਉਸ ਸਮੇਂ ਦੇ ਵਿੱਚ ਕਾਫੀ ਹੋ। ਹੁਣ ਤਾਂ ਕਹਿੰਦੇ ਸੀਗੇ ਕਿ ਨਵੇਂ ਮੁੰਡੇ ਆ ਰਹੇ ਨੇ, ਜ਼ਿਆਦਾ ਪੜ੍ਹੇ ਲਿਖੇ ਨੇ, ਉਹ ਬਾਗਬਾਨੀ ਵੱਲ ਤੁਰੇ ਨੇ। ਮੈਨੂੰ ਲੱਗਦਾ ਤੁਹਾਡਾ ਕਾਰਨ ਹੀ ਸ਼ਾਇਦ ਇਹ ਸੀਗਾ ਉਦੋਂ। ਅੱਛਾ, ਕੀ ਸਟੱਡੀ ਕਿੰਨੀ ਤੱਕ ਕੀਤੀ ਹੋਈ ਤੁਸੀਂ? ਮੈਂ ਲਾਲਪੁਰ ਖਾਲਸਾ ਕਾਲਜ ਜਲੰਧਰ ਤੋਂ ਸੰਨ 84 ਚ MA ਪੰਜਾਬੀ ਕੀਤੀ ਥਰੂ ਆਊਟ 55% ਆ ਜੀ। ਇਹ ਲੈਕਚਰਲੀ ਕੁਆਲੀਫਾਈ ਕਰਦਾ ਸੀ, ਅਨਲੱਕੀਲੀ MPhil 'ਚ ਦਾਖਲਾ ਲੈਣ ਜਾਂਦਾ ਰਸਤੇ 'ਚ ਐਕਸੀਡੈਂਟ ਹੋ ਗਿਆ ਜੰਮੂ ਜੀ। ਤੇ ਮੁੜ ਫਿਰ ਇਸੇ 'ਚ ਹੀ ਸਾਰਾ ਕੁਝ ਲੱਭ ਲਿਆ। ਫਿਰ ਜੱਟ ਸਿੱਧੇ ਹੋ ਗਏ ਫਿਰ ਖੇਤੀ ਤੇ ਹੀ ਹੈ ਬਸ। ਫਿਰ ਇਸੇ 'ਚੋਂ ਪ੍ਰੋਫੈਸਰੀ ਲੱਭ ਲਏ ਜੀ, ਇਸੇ 'ਚੋਂ ਸਭ ਕੁਝ ਲੱਭ ਲਿਆ ਜੀ। ਹਾਂਜੀ। ਅੱਛਾ, ਹੁਣ ਤਾਂ ਤੁਹਾਡਾ ਤਜਰਬਾ ਕਾਫੀ ਅੱਗੇ ਹੋ ਗਿਆ। ਫਿਰ ਉਸ ਤੋਂ ਬਾਅਦ ਤੁਸੀਂ ਬਾਗ ਵਧਾਇਆ ਵੀ, ਜ਼ਮੀਨ ਕੋਈ ਵਧਾਈ ਬਾਗ ਦੀ ਕਿ ਜਾਂ ਉਹੀ ਲੱਗੀ ਹੋਈ ਹੈ? ਨਹੀਂ ਜੀ, ਜ਼ਮੀਨ ਵਧਾਈ ਕਿੰਨੂ ਲਾਇਆ 3.5 ਏਕੜ ਜੀ। ਤੇ ਕੁਛ ਜ਼ਮੀਨ ਖਰੀਦੀ ਜੀ ਪੌਣੇ 11 ਏਕੜ, ਮਤਲਬ ਬਾਗ ਲੈਣ ਲੱਗਣ ਤੋਂ ਬਾਅਦ। ਤੇ ਕੁਛ ਬਾਕੀ ਆ ਘਰ ਦੇ ਜਿੰਨੇ ਸੁੱਖ ਸਹੂਲਤਾਂ ਇਹ ਵੀ ਕੀਤੀਆਂ ਜੀ। ਅੱਛਾ, ਆਖਰੀ ਸਵਾਲ ਆ ਮੇਰਾ, ਕਣਕ ਝੋਨੇ ਤੋਂ ਬਾਹਰ ਨਿਕਲ ਕੇ ਜੇਕਰ ਬਾਗਬਾਨੀ ਕਰਨੀ ਹੈ ਤਾਂ ਫਾਇਦਾ ਹੈ? ਕਣਕ ਝੋਨੇ ਤੋਂ ਨਿਕਲ ਕੇ ਜੇ ਬਾਗਬਾਨੀ ਕਰਨੀ ਆ ਤੇ ਬਾਗਬਾਨੀ ਕਰਨ ਲਈ ਇੱਕ ਤਰੀਕਾ, ਜਿਵੇਂ ਇੱਕ ਫਸਲ ਨਹੀਂ 2 ਫਸਲਾਂ, ਜਿਹੜੀਆਂ ਜਿੰਨਾ ਸਮਾਂ ਪਹਿਲੀ ਜਿਹੜੀ ਲੇਟ ਤੱਕ ਫਸਲ ਦੇਣ ਵਾਲੀ ਆ ਉਹ ਨਹੀਂ ਤਿਆਰ ਹੁੰਦੀ। ਜਿਵੇਂ ਨਾਖ 'ਚ ਅਲੂਚਾ ਲੱਗ ਸਕਦਾ, ਆੜੂ ਲੱਗ ਸਕਦਾ, ਲੀਚੀ 'ਚ ਆੜੂ ਲੱਗ ਸਕਦਾ, ਅਲੂਚਾ ਲੱਗ ਸਕਦਾ, ਅੰਬ 'ਚ ਦਸ਼ਹਿਰੀ ਅੰਬ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਚਾਂਸ ਆ। ਫਿਰ ਇੱਕ ਰਿਸਰਚ ਸਟੇਸ਼ਨ ਗੰਗੀਆਂ ਜਿਹੜਾ ਯੂਨੀਵਰਸਿਟੀ ਨੇ, ਉੱਥੇ ਡਾਕਟਰ ਸੁਮਨਜੀਤ ਕਰਦੇ ਆ ਅਸਲੇ ਸੇਵਾ ਜੀ। ਯੂਨੀਵਰਸਿਟੀ ਨੇ ਮਤਲਬ ਪੰਜਾਬ ਦੀਆਂ ਸਿਰਮੌਰ ਜਿੰਨੀਆਂ ਵੈਰਾਈਟੀਆਂ ਅੰਬ ਦੀਆਂ ਉਹ ਤਿਆਰ ਕੀਤੀਆਂ। ਉੱਦਾਂ ਦਾ ਬਦਲਾਅ ਲਿਆ ਜਾ ਸਕਦਾ, ਉਹਦੇ 'ਚ ਆੜੂ ਲਾ ਕੇ ਜਦੋਂ ਅੰਬ ਤਿਆਰ ਹੋ ਜਾਂਦਾ ਉਦੋਂ ਆੜੂ ਕਟਾਇਆ ਜਾ ਸਕਦਾ, ਬਦਲਾਅ ਲਿਆ ਜਾ ਸਕਦਾ ਸਮੇਂ ਦੇ ਨਾਲ ਤਰੀਕੇ ਦੇ ਨਾਲ। ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਕਿਸਾਨ ਬਲਜੀਤ ਸਿੰਘ ਹੁਣੀ ਨੇ ਜਿਨ੍ਹਾਂ ਨੇ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ। 4.5 ਕਿੱਲੇ ਕਰੀਬਨ ਇਹਨਾਂ ਨੇ ਲੀਚੀ ਦਾ ਬਾਗ ਲਗਾਇਆ ਹੋਇਆ। ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਬਾਗਬਾਨੀ ਕੀਤੀ ਜਾ ਸਕਦੀ ਹੈ। ਕਣਕ ਝੋਨੇ ਤੋਂ ਕਿਸਾਨ ਬਾਹਰ ਨਿਕਲ ਕੇ ਜੇਕਰ ਬਾਗਬਾਨੀ ਸਹੀ ਤਰੀਕੇ ਦੇ ਨਾਲ ਕਰਨ ਤਾਂ ਇਹਦੇ ਵਿੱਚ ਵੀ ਮੁਨਾਫਾ ਕਮਾਇਆ ਜਾ ਸਕਦਾ ਹੈ। ਸਿੱਧੇ ਤੌਰ ਤੇ ਇਹਨਾਂ ਦੱਸਿਆ ਕਿ 38 ਸਾਲ ਪਹਿਲਾਂ ਇਹਨਾਂ ਦੇ ਵੱਲੋਂ ਬਾਗ ਲਗਾਇਆ ਗਿਆ ਸੀਗਾ। 10 ਸਾਲ ਬਾਅਦ ਲੀਚੀ ਨੇ ਫਲ ਦੇਣਾ ਸ਼ੁਰੂ ਕੀਤਾ, ਪਰ ਉਸ ਤੋਂ ਪਹਿਲਾਂ ਆੜੂ ਇਹਨਾਂ ਨੂੰ ਫਲ ਦਿੰਦਾ ਰਿਹਾ, ਉਹ ਇਹਨਾਂ ਨੂੰ ਮੁਨਾਫਾ ਦਿੰਦਾ ਰਿਹਾ ਅਤੇ ਅੱਜ ਤੱਕ ਹੁਣ ਲੀਚੀ ਦਾ ਜਿਹੜਾ ਉਹ ਮੁਨਾਫਾ ਇਹਨਾਂ ਨੂੰ ਲੀਚੀ ਦਾ ਬਾਗ ਦਿੰਦਾ ਆ ਰਿਹਾ ਹੈ। ਤੇ ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਤਾਂ ਬਾਗਬਾਨੀ ਕਿਸਾਨਾਂ ਦੇ ਲਈ ਇੱਕ ਵਧੀਆ ਸਾਬਤ ਹੋ ਸਕਦੀ ਹੈ ਜੇਕਰ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਹੁਸ਼ਿਆਰਪੁਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।